ਠੇਕੇਦਾਰਾਂ ਵਾਸਤੇ ਮੇਰਾ ਜਨਾਬ ਇੱਕ ਸਵਾਲ ਹੈ। ਜਿਹੜਾ ਠੇਕਾ ਹੁੰਦਾ ਸੀ ਲੱਖ ਰੁਪਈਆ ਤੇ ਠੇਕੇਦਾਰਾਂ ਆਇਆ ਜਨਾਬ, ਉਹਨਾਂ ਵਧਾ ਦਿੱਤਾ। ਉਹਨਾਂ ਆਖਿਆ ਜੀ ਮੇਰਾ ਸਰਦਾਰ ਜੀ ਹੋ ਗਿਆ ਜੀ 1.5 ਲੱਖ। ਇੱਕ ਨੇ 1.5 ਲੱਖ ਲਾਇਆ ਤੇ ਦੂਜੇ ਨੇ ਜਨਾਬ 2 ਲੱਖ ਕਰ ਦਿੱਤਾ। 2 ਤੋਂ ਜਨਾਬ 2.5 ਹੋਇਆ, 2.5 ਤੋਂ 3 ਹੋਇਆ, 3 ਤੋਂ 3.5 ਹੋਇਆ। ਆਲੂਆਂ ਦੇ ਇਹ ਹਾਲਾਤ ਬਣੇ ਪਏ ਨੇ। ਇਹਨਾਂ ਆਲੂਆਂ ਨੂੰ ਫਰੀ ਵਿੱਚ ਵੀ ਨਹੀਂ ਕੋਈ ਲਿਜਾਂਦਾ ਪਿਆ। 12 ਕਿੱਲੇ ਆਲੂ ਐਣ ਤਾਂ ਉਹ ਆਂਦਾ ਇਹ ਤੋਂ ਪੱਟ ਤੇ ਲੈ ਜਾਓ। ਮੇਰਾ ਉਹਨਾਂ ਠੇਕੇਦਾਰਾਂ ਨੂੰ ਸਵਾਲ ਹੈ ਜਿਨ੍ਹਾਂ ਠੇਕੇਦਾਰਾਂ ਨੇ ਠੇਕਾ ਜਨਾਬ 3.5 ਲੱਖ ਕੀਤਾ ਹਾਂ। ਦੱਸੋ ਕਿ ਹੁਣ ਪੂਰੇ ਕਰੋ, ਇਥੋਂ ਕਿੱਥੋਂ ਪੂਰੇ ਕਰਸੋ? 3.5 ਲੱਖ ਤੁਹਾਡੇ ਤਾਂ ਖਰਚੇ ਹੀ ਨਹੀਂ ਪੂਰੇ ਹੁੰਦੇ ਪਏ। ਤੁਹਾਡੂ ਤਾਂ ਜਨਾਬ ਇਹਨਾਂ ਆਲੂਆਂ ਦਾ ਮਕਈ ਦਾ ਇੱਕ ਥੈਲਾ 20 ਦਾ ਨਹੀਂ ਆਉਂਦਾ ਪਿਆ। ਤੁਸੀਂ ਠੇਕੇ ਮੰਗੇ ਕੀਤੇ ਹੋਏ ਆਏ। ਸਭ ਤੋਂ ਵੱਡੇ ਜਹਿਲ ਉਹ ਠੇਕੇਦਾਰ ਹਨ ਜਿਨ੍ਹਾਂ ਜਨਾਬ 3.5 ਲੱਖ ਠੇਕਾ ਕੀਤਾ ਹੋਇਆ। ਮੁਨਾਫਾ ਉਹਨਾਂ ਨੂੰ 2 ਲੱਖ ਆਉਂਦਾ ਹਾਂ। ਫਸਲ ਉਹਨਾਂ ਦੀ 2 ਲੱਖ ਦੀ ਹੁੰਦੀ ਹੈ, ਉਹਨਾਂ ਦੇ ਪੈਸੇ ਪੂਰੇ ਹੁੰਦੇ ਆਏ। ਉਹ ਜਾ ਤੇ ਜ਼ਮੀਨ 3.5 ਲੱਖ ਨੂੰ ਵਾਹ ਲੈਂਦੇ ਆਏ। ਹੁਣ ਉਹਨਾਂ ਠੇਕੇਦਾਰਾਂ ਦੇ ਹਾਲਾਤ ਇਹ ਹੋਏ ਖੜੇ ਨੇ। 2 ਤੋਂ 3 ਕਰੋੜ ਰੁਪਈਆ ਉਹਨਾਂ ਦੇ ਕਰਜ਼ਾ ਚੜਾ ਪਿਆ ਹੈ। ਮਾਲ ਉਹਨਾਂ ਦੇ ਜਨਾਬ ਸੋਨੇ ਉਹਨਾਂ ਦੇ ਬੈਂਕਾਂ ਦੇ ਵਿੱਚ ਪਏ ਨੇ। ਟਰੈਕਟਰ ਉਹਨਾਂ ਦੇ ਜਨਾਬ ਵਿਕਦੇ ਪਏ ਨੇ। ਉਹਨਾਂ ਜਨਾਬ ਕਿਸਾਨਾਂ ਨੇ, ਉਹਨਾਂ ਠੇਕੇਦਾਰਾਂ ਨੇ ਜਿਹੜਾ ਆੜ੍ਹਤੀਆਂ ਨੂੰ ਜਨਾਬ ਪੈਸੇ ਦੇਣੇ ਆ ਜਿਨ੍ਹਾਂ ਕੋਲ ਉਹਨਾਂ ਸੂਦ ਤੇ ਲਏ ਹੋਏ, ਉਹ ਨਹੀਂ ਉਹਨਾਂ ਤੋਂ ਦਿਪਦੇ ਪਏ। ਹੁਣ ਉਹਨਾਂ ਦੇ ਹਾਲਾਤ ਇਹ ਹੋਏ ਪਏ ਨੇ। ਉਹਨਾਂ ਠੇਕੇਦਾਰਾਂ ਦੇ ਜਨਾਬ ਸਾਰੇ ਘਰ ਦੇ ਜੀ ਬਿਮਾਰ ਪਏ ਨੇ ਤਾਂ ਦਵਾਈ ਜੋਗੇ ਵੀ ਉਹਨਾਂ ਕੋਲ ਪੈਸੇ ਕੋ ਨਹੀਂ। ਇਹ ਜੈਲੋ ਹੈ ਜੈਲ ਠੇਕੇਦਾਰੋ, ਤੁਹਾਨੂੰ ਸੋਚਣਾ ਚਾਹੀਦਾ ਹਾਂ। ਅੱਜ ਇਹ ਜ਼ਮੀਨਾਂ ਤੁਸੀਂ 3.5 ਲੱਖ ਨੂੰ ਨਾ ਲਈਆਂ ਹੁੰਦੀਆਂ, ਤੁਹਾਡੀ ਇਹ ਨੌਬਤ ਨਹੀਂ ਆਉਣੀ ਆਈ ਵੀ ਤੁਹਾਡੇ ਘਰ ਦੇ ਦਵਾਈਆਂ ਵੀ ਮੁੱਕ ਗਈਆਂ ਨੇ, ਤੁਹਾਡੀ ਗਰੀ ਆਟੇ ਵੀ ਮੁੱਕ ਗਏ ਨੇ। ਨੌਬਤ ਨਹੀਂ ਤੁਹਾਨੂੰ ਆਉਣੀ ਆਈ। ਤੁਹਾਨੂੰ ਸੋਚਣਾ ਚਾਹੀਦਾ ਯਾਰ, ਇਹ ਇਬਰਤ ਦਾ ਨਿਸ਼ਾਨ ਬਣਾ ਪਿਆ ਤੁਹਾਡੇ ਵਾਸਤੇ। ਤੁਹਾਨੂੰ ਸੋਚਣਾ ਚਾਹੀਦਾ ਹੈ।